हाँ जी, वाहिगुरू जी का खालसा वाहिगुरू जी की फतेह। जिन्ने भी दोस्त आप जी इस वीडियो के नाल हौली हौली जुड़ोगे, किरपा करके इस वीडियो को अगे दे अगे शेयर करते जाओ, क्योंकि अज जिस मुद्दे के उत्ते आपां ये वीडियो बना रहे हैं, समय का जिहड़ा करंट इशू है, करंट मुद्दा है करोना वायरस। करोना वायरस नूं लैके पिछले लगभग असीं 1.5 साल तो जदोजहद करते आ रहे हैं ਅਤੇ ਇਸ ਦਾ ਇਤਿਹਾਸ ਇਹ ਹੈ ਵੀ ਚੀਨ ਦੇ ਵੁਹਾਨ ਸ਼ਹਿਰ ਤੋਂ ਇੱਕ ਵਾਇਰਸ ਜਿਹੜਾ ਹੈਗਾ ਜਿਹਦਾ ਜਨਮ ਹੋਇਆ। ਮੈਡੀਕਲ ਲਾਈਨ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਜਿਹੜੇ ਇਹ ਵਾਇਰਸ ਹੁੰਦੇ ਨੇ 3.5 ਲੱਖ ਤੋਂ ਵੀ ਵੱਧ ਗਿਣਤੀ ਦੇ ਵਾਇਰਸ ਜਿਹੜੇ ਧਰਤੀ 'ਤੇ ਇਸ ਵਕਤ ਘੁੰਮ ਰਹੇ ਨੇ, ਜਿਹੜੇ ਕਿਤੇ ਮਨੁੱਖੀ ਸਰੀਰਾਂ ਦੇ ਵਿੱਚ ਪ੍ਰਵੇਸ਼ ਕਰਕੇ ਮਨੁੱਖੀ ਸਰੀਰਾਂ ਨੂੰ ਪ੍ਰਭਾਵਿਤ ਵੀ ਕਰਦੇ ਆ, ਕਿਤੇ ਇਹ ਵਾਇਰਸ ਇਸ ਪ੍ਰਕਿਰਤੀ ਨੂੰ ਸਿਰਜਣ ਦੇ ਵਿੱਚ ਵੀ ਕੰਮ ਆਉਂਦੇ ਆ। ਅਤੇ ਇਹਨਾਂ ਵਾਇਰਸਾਂ ਕਰਕੇ ਸਮੇਂ ਸਮੇਂ 'ਤੇ ਅਨੇਕਾਂ ਤਰ੍ਹਾਂ ਦੀਆਂ ਮਹਾਂਮਾਰੀਆਂ ਵੀ ਫੈਲਦੀਆਂ, ਬਿਮਾਰੀਆਂ ਵਬਾ ਵੀ ਫੈਲਦੀ ਹੈ। ਉਹਨਾਂ ਵਾਇਰਸਾਂ ਦੇ ਵਿੱਚੋਂ ਹੀ ਇੱਕ ਵਾਇਰਸ ਹੈ ਕਰੋਨਾ ਵਾਇਰਸ। ਹਾਲਾਂਕਿ ਬੜੇ ਜਿਨ੍ਹਾਂ ਨੇ ਰਿਸਰਚ ਕੀਤੇ ਨੇ, ਜਿਸ ਤਰ੍ਹਾਂ ਡਾਕਟਰ ਅਮਰ ਸਿੰਘ ਆਜ਼ਾਦ ਜਾਂ ਡਾਕਟਰ ਵਿਸ਼ਵਰੂਪ ਸਿੰਘ ਚੌਧਰੀ, ਵਿਸ਼ਵਰੂਪ ਸਿੰਘ ਰਾਏ ਜਾਂ ਹੋਰ ਵੀ ਜਿਹੜੇ ਸਿਆਣੇ ਲੋਕ ਨੇ, ਉਹਨਾਂ ਨੇ ਇਸ ਵਿਸ਼ੇ 'ਤੇ ਬਹੁਤ ਰਿਸਰਚ ਕਰਕੇ ਖੋਜਾਂ ਕੀਤੀਆਂ ਨੇ ਅਤੇ ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਕਾਫੀ ਜਾਣਕਾਰੀ ਵੀ ਲੋਕਾਂ ਨੂੰ ਮੁਹੱਈਆ ਕਰਾਈ ਹੈ। ਮੈਂ ਕੋਈ ਡਾਕਟਰ ਨਹੀਂ ਹਾਂ, ਮੈਂ ਇੱਕ ਪਾਠਕ ਹਾਂ ਜੋ ਹਰ ਰੋਜ਼ ਕੁਝ ਨਾ ਕੁਝ ਕਿਸੇ ਵੀ ਵਿਸ਼ੇ 'ਤੇ ਪੜ੍ਹਦਾ ਰਹਿੰਦਾ ਹਾਂ। ਸੋ ਉਸ ਕਰਕੇ ਅੱਜ ਇਸ ਵਿਸ਼ੇ ਦੀ ਕੁਝ ਜਾਣਕਾਰੀ ਆਪ ਦੇ ਨਾਲ ਸਾਂਝੀ ਕਰਨੀ ਹੈ। ਜੋ ਕਰੋਨਾ ਵਾਇਰਸ ਦੇ ਰੂਪ ਦੇ ਵਿੱਚ ਇਹ ਬਿਮਾਰੀ ਫੈਲੀ ਹੋਈ ਹੈ। ਪਿਛਲੇ ਸਾਲ ਤੋਂ ਇਸ ਦੀ ਵੈਕਸੀਨੇਸ਼ਨ ਵੀ ਹੋਈ, ਉਹਦੇ ਵਾਸਤੇ ਯਤਨ ਕੀਤੇ ਜਾ ਰਹੇ, ਬਹੁਤ ਵੱਡੇ ਪੱਧਰ 'ਤੇ ਰਿਸਰਚ ਕੀਤੇ ਗਏ ਇਸ ਵਾਇਰਸ ਨੂੰ ਰੋਕਣ ਵਾਸਤੇ ਕੋਈ ਦਵਾਈ ਬਣਾਈ ਜਾਵੇ। ਤਾਂ ਉਸ ਦੇ ਅਧੀਨ ਵੈਕਸੀਨ ਅਲੱਗ-ਅਲੱਗ ਦੇਸ਼ਾਂ ਨੇ ਜਿਹੜਾ ਹੈਗਾ ਦਾਅਵੇ ਕੀਤੇ ਕਿ ਅਸੀਂ ਵੀ ਵੈਕਸੀਨ ਬਣਾਈ ਹੈ, ਅਸੀਂ ਵੀ ਵੈਕਸੀਨ, ਭਾਰਤ ਨੇ ਵੀ ਆਪਣਾ ਦਾਅਵਾ ਕੀਤਾ ਅਤੇ ਉਸ ਦਾਅਵੇ ਦੇ ਅਧੀਨ ਭਾਰਤ ਨੇ ਆਪਣੀ ਵੈਕਸੀਨੇਸ਼ਨ ਜਿਹੜੀ ਹੈਗੀ ਸ਼ੁਰੂ ਵੀ ਕੀਤੀ, ਇੰਡੀਆ ਨੇ। ਪਰ ਉਸ ਤੋਂ ਬਾਅਦ ਇੱਕ ਚੀਜ਼ ਹੋਰ ਦੇਖਣ ਵਿੱਚ ਸਾਹਮਣੇ ਆਈ ਕਿ ਵੈਕਸੀਨੇਸ਼ਨ ਹੋਣ ਤੋਂ ਬਾਅਦ ਇੱਕਦਮ ਜਿਹੜੇ ਕੇਸ ਹੈ ਉਹ ਗਰੋ ਕਰ ਗਏ, ਬਹੁਤ ਜ਼ਿਆਦਾ ਕੇਸਾਂ ਦਾ ਜਿਹੜਾ ਕੇਸਾਂ ਦੇ ਵਿੱਚ ਵਾਧਾ ਹੋਇਆ। ਤਾਂ ਲਗਾਤਾਰ ਕੇਸ ਵੱਧ ਰਹੇ ਨੇ। ਵੈਕਸੀਨੇਸ਼ਨ ਜਿਸ ਦਿਨ ਦੀ ਲੱਗਣ ਲੱਗੀ ਉਸ ਦਿਨ ਤੋਂ ਬਾਅਦ ਕੇਸ ਵੱਧ ਰਹੇ ਨੇ। ਤਾਂ ਲੋਕਾਂ ਦੇ ਮਨ ਵਿੱਚ, ਸਾਡੇ ਵੀ, ਅਸੀਂ ਕਿਉਂਕਿ ਵਿਦਿਆਰਥੀ ਹਾਂ ਜਾਂ ਪਾਠਕ ਹਾਂ, ਤਾਂ ਕੁਛ ਅਖਬਾਰਾਂ ਤੋਂ ਜਾਂ ਨੈੱਟ ਤੋਂ ਕੁਝ ਨਾ ਕੁਝ ਚੀਜ਼ਾਂ ਪੜ੍ਹ ਕੇ ਮਨ ਵਿੱਚ ਇਹ ਖਿਆਲ ਜ਼ਰੂਰ ਆਉਂਦੇ ਨੇ, ਭਾਵੇਂ ਆਪਾਂ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਨਹੀਂ। ਫਿਰ ਉਸ ਤੋਂ ਬਾਅਦ ਇਹ ਵੈਕਸੀਨੇਸ਼ਨਾਂ ਜਿਹੜੀਆਂ ਹੁੰਦੀਆਂ ਨੇ, ਇਹਨਾਂ ਦਾ ਵੈਕਸੀਨਾਂ ਦਾ ਜਿਹੜਾ ਹਿਸਟਰੀ ਹੈ ਉਹਨੂੰ ਖੰਗੋਲਣ ਦਾ ਯਤਨ ਕੀਤਾ। ਤਾਂ ਅੱਜ ਤੱਕ ਜਿਹੜੀ ਵੈਕਸੀਨ ਦੀ ਹਿਸਟਰੀ ਹੈ, ਅੱਜ ਤੱਕ ਵੈਕਸੀਨ ਦਾ ਜਿਹੜਾ ਇਤਿਹਾਸ ਹੈ, ਜਦੋਂ ਆਪਾਂ ਬਚਪਨ ਵਿੱਚ ਸੀਗੇ, ਅੱਜ ਤੋਂ 25-30 ਸਾਲ ਪਹਿਲਾਂ ਦਾ ਦੌਰ ਸੀਗਾ, ਉਦੋਂ ਆਮ ਜਿਹੜੀਆਂ ਵਾਇਰਸ ਫੈਲਦੇ ਸੀ, ਜਿਸ ਤਰ੍ਹਾਂ ਕਿਸੇ ਸਮੇਂ ਬਰਡ ਫਲੂ ਆਇਆ, ਆਈ ਫਲੂ ਆਇਆ, ਸਵਾਈਨ ਫਲੂ ਆਇਆ, ਹੈਜਾ, ਟਾਈਫਾਈਡ, ਸਮਾਲ ਪੌਕਸ, ਇਸ ਤਰ੍ਹਾਂ ਦੀਆਂ, ਪੋਲੀਓ ਹੋ ਗਿਆ, ਫਿਰ ਐਕਵਾਇਰਡ ਅਮੀਨੋ ਡਿਫੀਸ਼ੀਐਂਸੀ ਸਿੰਡਰੋਮ, ਜਿਸ ਤਰ੍ਹਾਂ ਏਡਜ਼ ਆ ਗਿਆ। ਤਾਂ ਇਹ ਸਾਰੀਆਂ ਚੀਜ਼ਾਂ ਨੇ ਹੌਲੀ ਹੌਲੀ ਆਪਣਾ ਗਲਬਾ ਜਿਹੜਾ ਹੈਗਾ ਸਮਾਜ ਦੇ ਉੱਤੇ, ਇਹ ਵਾਇਰਸ ਜਿਹੜੇ ਫੈਲਦੇ ਵੀ ਰਹੇ ਅਤੇ ਕੁਝ ਸਮੇਂ ਬਾਅਦ ਇਹ ਜਿਹੜਾ ਹੈਗਾ ਆਪਣੇ ਆਪ ਇਹਨਾਂ ਦਾ ਜਿਹੜਾ ਪ੍ਰਭਾਵ ਵੀ ਘਟਿਆ। ਅਤੇ ਉਸ ਤੋਂ ਬਾਅਦ ਕੀ ਹੋਇਆ ਵੀ ਜਿਵੇਂ ਜਿਵੇਂ ਨਵੀਆਂ ਜਿਵੇਂ ਵਾਇਰਸ ਜਨਮ ਲੈਂਦੇ ਗਏ, ਵਾਇਰਸ ਤਾਂ ਧਰਤੀ 'ਤੇ ਹਨ, ਜਿਹੜਾ ਵਾਇਰਸ ਮਨੁੱਖੀ ਜੀਵਨ ਨੂੰ ਪ੍ਰਭਾਵਿਤ ਕਰਦਾ ਸੀ, ਫਿਰ ਉਸ ਵਾਇਰਸ ਦੇ ਅਗੇਂਸਟ, ਉਸ ਵਾਇਰਸ ਨੂੰ ਖ਼ਤਮ ਕਰਨ ਵਾਸਤੇ ਫਿਰ ਵੈਕਸੀਨੇਸ਼ਨ ਜਿਹੜੀ ਹੁੰਦੀ ਸੀ, ਵੈਕਸੀਨਾਂ ਤਿਆਰ ਕੀਤੀਆਂ ਜਾਂਦੀਆਂ ਸੀ। ਉਹਨਾਂ ਵੈਕਸੀਨਾਂ ਦੇ ਵਿੱਚ
ਫਿਰ ਰਿਕਾਰਡ ਬਣਦੇ ਬੱਚਿਆਂ ਦੇ ਜਨਮ ਤੋਂ ਲੈ ਕੇ ਫਿਰ ਇਹ ਵੈਕਸੀਨਾਂ ਦਾ ਜਿਹੜਾ ਹੈਗਾ ਪੂਰੇ ਦਾ ਪੂਰਾ ਜਿਹੜਾ ਸ਼ੁਰੂ ਹੋ ਜਾਂਦਾ ਸੀਗਾ, ਲੜੀਆਂ ਸੀਰੀਜ਼ ਸ਼ੁਰੂ ਹੋ ਜਾਂਦੀ ਸੀ ਵੀ ਆ ਜਿਹੜਾ ਹੈਗਾ ਪੋਲੀਓ ਦੇ ਟੀਕੇ, TB ਦੇ ਜਾਂ ਜਿਸ ਤਰ੍ਹਾਂ ਦੇ ਵੀ ਜਿਹੜੇ ਉਹ ਇੰਜੈਕਸ਼ਨ ਹੁੰਦੇ ਸੀਗੇ ਉਹ ਲੱਗਦੇ ਸੀ। ਹੁਣ ਪੋਲੀਓ ਡ੍ਰੌਪਸ ਦੇ ਰੂਪ ਦੇ ਵਿੱਚ ਆ ਰਹੀ ਹੈ। ਅਤੇ ਜਦੋਂ ਇਹਨਾਂ ਵੈਕਸੀਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਨੀਮ ਹਕੀਮੀ ਹੱਦ ਤੱਕ ਜਾ ਪਹੁੰਚਦੀਆਂ ਇਹ। ਫਿਰ ਇਹਨਾਂ ਨੂੰ ਜਿਹੜਾ ਹੈਗਾ ਇਹਨਾਂ ਵੈਕਸੀਨਾਂ ਦੇ ਵਾਸਤੇ ਜਦੋਂ ਇਹ ਵੈਕਸੀਨਾਂ ਲੱਗਦੀਆਂ ਸੀ ਤਾਂ ਉਦੋਂ ਕੀ ਸੀਗਾ ਵੀ ਇਹਨਾਂ ਦੇ ਇਸ਼ਤਿਹਾਰਾਂ ਦੇ ਉੱਤੇ ਅਰਬਾਂ ਰੁਪਈਆ ਖਰਚ ਕੀਤਾ ਜਾਂਦਾ ਸੀ, ਜਿਵੇਂ ਅੱਜ ਵੀ ਕੀਤਾ ਜਾ ਰਿਹਾ। ਤਾਂ ਫਿਰ ਅਸੀਂ ਅਖਬਾਰਾਂ 'ਤੇ ਟੀਵੀਆਂ 'ਤੇ ਵੀ ਜਿਹੜਾ ਹੈਗਾ ਇਹਦੀ ਐਡਵਰਟਾਈਜ਼ਮੈਂਟ ਦੇਖਦੇ ਸੀਗੇ। ਪਰ ਜਦੋਂ ਇਹਦੇ ਇਤਿਹਾਸ ਨੂੰ ਪੜ੍ਹਦੇ ਹਾਂ ਤਾਂ ਮੇਰੇ ਕੁਝ ਮੈਂ ਜਿੰਨਾ ਕੁ ਪੜਤਾਲ ਸਕਿਆ, ਜਿੰਨਾ ਕੁ ਨੈੱਟ ਦੇ ਉੱਤੋਂ ਜਾਂ ਸਾਡੇ ਜਿਹੜੇ ਸਾਹਿਤ ਦੇ ਵਿੱਚੋਂ ਜਿਹੜੇ ਲੋਕਾਂ ਨੇ ਖੋਜਾਂ ਕੀਤੀਆਂ ਨੇ ਉਹਦੇ ਵਿੱਚੋਂ ਉਸ ਇਤਿਹਾਸ ਦੇ ਵਿੱਚੋਂ ਕੁਝ ਲੇਖਾਂ ਦੇ ਵਿੱਚੋਂ ਕੁਝ ਪਾਸਿਆਸੀ ਸਮੱਗਰੀ 'ਚੋਂ ਮੈਨੂੰ ਜਿਹੜੀਆਂ ਚੀਜ਼ਾਂ ਪ੍ਰਾਪਤ ਹੋਈਆਂ ਕਿ ਵੈਕਸੀਨ ਤੋਂ ਬਾਅਦ ਵੀ ਬਿਮਾਰੀਆਂ ਵੱਧਦੀਆਂ ਨੇ ਜਾਂ ਵੈਕਸੀਨ ਸੱਚਮੁੱਚ ਹੀ ਬਿਮਾਰੀ ਨੂੰ ਖਤਮ ਕਰ ਦਿੰਦੀ ਹੈ। ਇਸ ਚੀਜ਼ ਦੇ ਉੱਤੇ ਆਪਾਂ ਥੋੜ੍ਹੀ ਜਿਹੀ ਵਿਚਾਰ ਕਰਨੀ ਹੈ। ਤਾਂ ਕੁਝ ਕੁ ਇਤਿਹਾਸ ਮੈਂ ਇਸ ਦਾ ਜਿਹੜਾ ਪੜ੍ਹਿਆ ਉਹਦੇ ਵਿੱਚ ਬਹੁਤਾਤ ਵਿੱਚ ਇਹ ਦੇਖਿਆ ਗਿਆ ਵੀ ਵੈਕਸੀਨੇਸ਼ਨ ਤੋਂ ਬਾਅਦ ਬਹੁਤੀਆਂ ਬਿਮਾਰੀਆਂ ਰੁਕਣ ਦੀ ਬਜਾਏ ਵਧੀਆਂ ਨੇ। ਕੋਈ ਵੀ ਵਾਇਰਸ ਖਤਮ ਨਹੀਂ ਹੋ ਸਕਦਾ ਵੈਕਸੀਨੇਸ਼ਨ ਨਾਲ, ਕਿਉਂਕਿ ਵਾਇਰਸ ਸਰੀਰ ਦਾ ਹਿੱਸਾ ਨਹੀਂ ਹੈ। ਅਸੀਂ ਸਰੀਰ ਨੂੰ ਵੈਕਸੀਨੇਟ ਕਰ ਦਿਆਂਗੇ, ਪਰ ਇਹ ਵਾਇਰਸ ਧਰਤੀ ਦੇ ਇਸ ਚੁਗਿਰਦੇ ਦਾ ਹਿੱਸਾ ਹੈ। ਇਸ ਕਰਕੇ ਇਸ ਪੂਰੀ ਦੀ ਪੂਰੀ ਆਭਾ ਮੰਡਲ ਨੂੰ, ਇਸ ਪੂਰੀ ਜਿਹੜੀ ਐਗਜ਼ਿਸਟੈਂਸ ਨੂੰ ਅਸੀਂ ਵੈਕਸੀਨੇਟ ਨਹੀਂ ਕਰ ਸਕਦੇ। ਤਾਂ ਇਸ ਬਿਮਾਰੀ ਨੂੰ ਕਿਸੇ ਬੰਦੇ ਨੂੰ ਵੈਕਸੀਨ ਲਾ ਕੇ ਕਿਸੇ ਵੀ ਵਾਇਰਸ ਨੂੰ, ਕੋਈ ਵੀ ਚੀਜ਼ ਜਿਹੜੀ ਵਾਇਰਲ ਹੁੰਦੀ ਹੈ ਉਹਨੂੰ ਵੈਕਸੀਨ ਦੇ ਨਾਲ ਖਤਮ ਨਹੀਂ ਕੀਤਾ ਜਾ ਸਕਦਾ। ਤੁਸੀਂ ਅੱਜ ਵੀ ਦੇਖੋ ਜਿਹੜੀਆਂ ਚੀਜ਼ਾਂ ਅੱਜ ਤੋਂ 70-80 ਦੇ ਦਹਾਕੇ ਸੀ ਉਹ ਫਿਰ ਮੁੜ ਕੇ ਹੁਣ ਅਸੀਂ ਬਿਮਾਰੀਆਂ ਦੇ ਨਾਮ ਬਦਲ ਦਿੰਦੇ ਜਾਂ ਕੁਛ। ਤਾਂ ਦੇਖੋ ਜਿਸ ਤਰ੍ਹਾਂ ਅਮਰੀਕਾ ਵਿੱਚ 1960 'ਚ, ਮੈਂ ਇਤਿਹਾਸ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਇਹ ਵੈਕਸੀਨਾਂ ਦਾ ਹਿਸਟਰੀ ਜਿਹੜੀ 1960 ਦੇ ਵਿੱਚ ਅਮਰੀਕਾ 'ਚ ਪੋਲੀਓ ਦੀ ਵੈਕਸੀਨੇਸ਼ਨ ਹੋਈ। ਵੈਕਸੀਨ ਉਹਨਾਂ ਨੇ ਲੱਭੀ, ਪੋਲੀਓ ਦੀ ਖੋਜ ਕੀਤੀ ਗਈ, ਪਰ ਉਸ ਵੈਕਸੀਨ ਦੇ ਵਿੱਚ ਪੋਲੀਓ ਦੀ ਬਿਮਾਰੀ ਦਾ ਉਦੋਂ ਬਹੁਤ ਵੱਡਾ ਪ੍ਰਕੋਪ ਸੀ। 1960 ਤੋਂ 70 ਦਾ ਦਹਾਕਾ ਜਿਹੜਾ, ਉਸ ਦਹਾਕੇ ਦੇ ਵਿੱਚ ਤਾਂ ਜਿਹੜੀ ਵੈਕਸੀਨ ਉਹਨਾਂ ਨੇ ਲੱਭੀ, ਉਸ ਵੈਕਸੀਨ ਦੇ ਵਿੱਚ ਇੱਕ ਪਾਸੇ ਤੋਂ ਪੋਲੀਓ ਵਾਸਤੇ ਉਹ ਵੈਕਸੀਨ ਜਿਹੜੀ ਬਣਾਈ ਗਈ ਸੀ, ਪਰ ਉਸ ਵੈਕਸੀਨ ਦੇ ਵਿੱਚ SV40 ਨਾਂ ਦਾ ਇੱਕ ਵਾਇਰਸ ਸੀ। SV40 ਜਿਹਦੀ ਮਿਲਾਵਟ ਆ ਗਈ। ਇੱਕ ਵਾਇਰਸ ਨੂੰ, ਪੋਲੀਓ ਦੇ ਵਾਇਰਸ ਨੂੰ ਖਤਮ ਕਰਨ ਵਾਸਤੇ ਵੈਕਸੀਨ ਲੱਭੀ, ਉਹਦੇ ਵਿੱਚ ਇੱਕ ਨਵੇਂ ਵਾਇਰਸ ਨੇ ਜਨਮ ਲੈ ਲਿਆ, ਜਿਹੜਾ ਵਾਇਰਸ ਸਰੀਰ ਦੇ ਵਿੱਚ ਕੈਂਸਰ ਨੂੰ ਜਨਮ ਦਿੰਦਾ ਸੀ। ਤੇ ਜਦੋਂ ਤੱਕ ਇਹ ਪਤਾ ਲੱਗਿਆ ਵੀ ਇਹ ਜਿਹੜਾ ਵਾਇਰਸ ਹੈ ਇਹਦੇ ਨਾਲ ਕੈਂਸਰ ਹੁੰਦਾ ਹੈ, ਤਾਂ ਉਦੋਂ ਤੱਕ ਕਰੋੜਾਂ ਬੱਚਿਆਂ ਨੂੰ ਇਸ ਦੁਨੀਆ 'ਚ ਪੂਰੀ 'ਚ ਇਹ ਟੀਕੇ ਲੱਗ ਚੁੱਕੇ ਸੀ। ਅਤੇ ਅੱਜ ਵੀ 60 ਤੋਂ 70 ਦੇ ਦਹਾਕਿਆਂ ਦੇ ਵਿੱਚ ਜਿਨ੍ਹਾਂ ਲੋਕਾਂ ਦੀ ਪੋਲੀਓ ਵੈਕਸੀਨੇਸ਼ਨ ਹੋਈ ਹੈ, ਜਦੋਂ ਤੱਕ ਉਹਨੂੰ ਕੰਟਰੋਲ ਕੀਤਾ ਗਿਆ ਉਦੋਂ ਨੂੰ ਬਹੁਤ ਵੱਡੇ ਪੱਧਰ 'ਤੇ ਵੈਕਸੀਨੇਸ਼ਨ ਹੋ ਚੁੱਕੀ ਸੀਗੀ। ਤਾਂ 60 ਤੋਂ 70 ਦੇ ਜਿਨ੍ਹਾਂ ਦੇ ਜਨਮ ਹੈਗੇ ਆ, ਕਹਿਣ ਦਾ ਭਾਵ ਜਿਨ੍ਹਾਂ ਦੀ ਉਮਰ ਹੁਣ 60 ਤੋਂ 50 ਤੋਂ 60 ਸਾਲ ਦੇ ਵਿਚਕਾਰ ਹੈ, ਉਹ ਲੋਕਾਂ ਨੂੰ ਅੱਜ ਵੀ ਕੈਂਸਰ ਦੀ ਜਿਹੜੀ ਬਿਮਾਰੀ ਹੈ ਉਹ ਬਹੁਤ ਵੱਡੇ ਪੱਧਰ 'ਤੇ ਦੁਨੀਆ ਦੇ ਉੱਤੇ ਪਾਈ ਜਾ ਰਹੀ ਹੈ। ਫਿਰ 1971 ਤੋਂ 72 ਦੇ ਵਿੱਚ ਜਿਹੜਾ ਹੈਗਾ ਇੰਗਲੈਂਡ ਦੇ ਵਿੱਚ 1871-72 ਦੀ ਇਹ ਹਿਸਟਰੀ ਹੈ। 1871-72 ਦੇ ਵਿੱਚ ਇੰਗਲੈਂਡ 'ਚ ਚੇਚਕ ਦੇ ਟੀਕੇ, ਉਦੋਂ ਚੇਚਕ ਦੀ ਬਿਮਾਰੀ ਜਿਹੜੀ ਹੈ ਬਹੁਤ ਵੱਡੇ ਪੱਧਰ 'ਤੇ ਫੈਲੀ, ਅਤੇ ਸਾਰੇ ਇੰਗਲੈਂਡ ਦੇ ਵਿੱਚ ਲੋਕਾਂ ਦੇ ਟੀਕੇ ਲਾਏ ਗਏ। ਟੀਕੇ ਲਾਉਣ ਤੋਂ ਬਾਅਦ 45,000 ਬੰਦਾ ਚੇਚਕ ਨਾਲ ਮਰ ਗਿਆ ਉੱਥੇ। ਉਹਨਾਂ ਦਿਨਾਂ ਦੇ ਵਿੱਚ 45,000 ਦੀ ਗਿਣਤੀ ਬਹੁਤ ਵੱਡੀ ਸੀ, ਬੜਾ ਵੱਡਾ ਫਿਗਰ ਸੀ, ਕਿਉਂਕਿ ਆਬਾਦੀ ਅੱਜ ਨਾਲੋਂ 4 ਗੁਣਾ ਘੱਟ ਸੀ। ਫਿਰ ਇਸੇ ਬਿਮਾਰੀ ਦੇ ਨਾਲ ਜਰਮਨ ਦੇ ਵਿੱਚ 1.25 ਲੱਖ ਬੰਦੇ ਦੀ ਮੌਤ ਹੋਈ। 1940 ਦੇ ਵਿੱਚ ਜਰਮਨੀ ਦੇ ਵਿੱਚ ਡਿਪਥੀਰੀਆ ਦੇ ਟੀਕੇ ਚਾਲੂ ਕੀਤੇ ਗਏ। ਜਿਹੜੀ ਇਹ ਡਿਪਥੀਰੀਆ ਇੱਕ ਵਾਇਰਸ ਸੀਗਾ ਅਤੇ ਉਹਦੇ ਟੀਕੇ ਦੀ ਵੈਕਸੀਨੇਸ਼ਨ ਸ਼ੁਰੂ ਹੋਈ ਜਰਮਨੀ 'ਚ 1940 ਦੇ ਵਿੱਚ। ਤਾਂ ਉਸ ਡਿਪਥੀਰੀਆ ਦੇ ਵਿੱਚ ਜਿਹੜੇ ਲੋਕਾਂ ਦੀ ਮੌਤ ਬਿਨਾਂ ਵੈਕਸੀਨੇਸ਼ਨ ਤੋਂ 40,000 ਹੁੰਦੀ ਸੀ ਸਾਲ ਦੀ।
ਤੇ ਉਹ ਮੌਤ ਫਿਰ ਮੌਤ ਦਰ ਵੱਧ ਕੇ 5 ਗੁਣਾ ਤੋਂ ਵੀ ਵੱਧ ਲੰਘ ਗਈ। ਉਸ ਸਾਲ ਜਿਹੜੇ ਸਾਲ ਉਹਨਾਂ ਨੇ ਡਿਪਥੀਰੀਆ ਦੇ ਟੀਕੇ ਲਾਏ ਗਏ, ਉਸੇ ਸਾਲ ਲੋਕਾਂ ਦੀ ਮੌਤ 5 ਗੁਣਾ ਵੱਧ ਕੇ 2.5 ਲੱਖ ਬੰਦਾ ਮਰਿਆ ਉਸ ਸਾਲ 1940 ਦੇ ਵਿੱਚ। ਇਹ ਰਿਕਾਰਡ ਹੈ, ਅੱਜ ਵੀ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ। ਫਿਰ ਅਫਰੀਕੀ ਦੇਸ਼ ਹੈ ਇੱਕ ਘਾਨਾ ਨੇ 1967 ਦੇ ਵਿੱਚ ਇੱਕ ਐਲਾਨ ਕੀਤਾ ਸੀ। ਐਲਾਨ ਕੀ ਕੀਤਾ ਸੀਗਾ ਕਿ ਅਸੀਂ ਜਿਹੜਾ ਹੈਗਾ ਖਸਰੇ ਦੇ ਰੋਗ ਨੂੰ WHO ਦੀ ਮਦਦ ਦੇ ਨਾਲ, WHO ਨੇ ਸਾਡਾ ਸਾਥ ਦਿੱਤਾ ਹੈ ਤੇ ਅਸੀਂ WHO ਦੀ ਮਦਦ ਦੇ ਨਾਲ ਇਹ ਖਸਰੇ ਦਾ ਰੋਗ ਬਿਲਕੁਲ ਖਤਮ ਕਰ ਦਿੱਤਾ ਹੈ। ਤੇ ਜਦੋਂ ਇਹ ਉਹਨਾਂ ਨੇ ਐਲਾਨ ਕਰਤਾ ਤੇ ਉਸੇ ਸਾਲ ਹੀ ਉਹ ਕਹਿੰਦੇ ਵੀ ਅਸੀਂ ਇਹ ਜਿਹੜਾ ਖਸਰਾ ਹੈ, ਖਸਰੇ ਦੇ ਵਾਇਰਸ ਨੂੰ ਬਿਲਕੁਲ ਖਤਮ ਕਰ ਦਿੱਤਾ। ਤੇ ਹੁਣ ਸਰੀਰਾਂ 'ਚੋਂ ਤਾਂ ਵਾਇਰਸ ਖਤਮ ਅਸੀਂ ਮਤਲਬ ਦਾਅਵਾ ਕਰ ਦਿੱਤਾ। ਤੇ ਪਰ ਜਦੋਂ ਉਹਨਾਂ ਨੇ ਉਸ ਸਾਲ ਦਾ ਡਾਟਾ ਕੱਢਿਆ ਤੇ ਖਸਰੇ ਦੇ ਨਾਲ ਪਿਛਲੇ ਸਾਲਾਂ ਦੇ ਜਿਹੜੇ ਸਾਲਾਂ 'ਚ ਵੈਕਸੀਨੇਸ਼ਨ ਨਹੀਂ ਹੋਈ ਸੀ, ਉਸ ਦੇ ਮੁਕਾਬਲੇ 5 ਗੁਣਾ ਵੱਧ ਮੌਤਾਂ ਹੋਈਆਂ। 1977 'ਚ ਜਿਹਨੇ ਪੋਲੀਓ ਦੀ ਵੈਕਸੀਨ ਬਣਾਈ ਸੀ ਸਭ ਤੋਂ ਪਹਿਲਾਂ, ਜੌਨ ਸਾਲਕ ਨਾਂ ਦਾ ਇੱਕ ਵਿਗਿਆਨਕ ਸੀ। ਉਸ ਵਿਗਿਆਨਕ ਨੇ ਵੈਕਸੀਨ ਬਣਾਈ ਸੀ ਪੋਲੀਓ ਦੀ ਤੇ ਉਹਨੇ ਫਿਰ ਬਿਆਨ ਦਿੱਤਾ ਸੀ 1977 ਦੇ ਵਿੱਚ, ਕਿਉਂਕਿ 1961 ਦੇ ਵਿੱਚ ਇਹ ਵੈਕਸੀਨ ਤਿਆਰ ਹੋਈ ਸੀ ਤੇ 1977 'ਚ ਬਿਆਨ ਦਿੱਤਾ ਸੀ। ਉਹ ਕਹਿੰਦਾ ਵੀ 1961 ਤੋਂ ਲੈ ਕੇ 77 ਤੱਕ ਜਿਹੜੀ ਕਮਾਲ ਦੀ ਗੱਲ ਸਾਹਮਣੇ ਆਈ, ਉਹ ਕਹਿੰਦਾ 61 ਤੋਂ ਲੈ ਕੇ 77 ਤੱਕ ਜਿਹੜੀਆਂ ਪੋਲੀਓ ਦੇ ਨਾਲ ਮੌਤਾਂ ਹੋਈਆਂ ਜਾਂ ਜਿਹੜੇ ਲੋਕਾਂ ਨੂੰ ਪੋਲੀਓ ਹੋਇਆ, ਉਹ 61 ਤੋਂ 77 ਤੱਕ ਉਹ ਕਹਿੰਦੇ ਵੀ ਇਹ ਵੈਕਸੀਨ ਦੇ ਨਾਲ ਹੀ ਲੋਕਾਂ ਨੂੰ ਪੋਲੀਓ ਹੋਇਆ, ਜਿਹੜੀ ਪੋਲੀਓ ਦੇ ਰੋਕਥਾਮ ਵਾਸਤੇ ਲਾਈ ਜਾ ਰਹੀ ਸੀ। ਹੁਣ ਤੁਸੀਂ ਕਰੋਨਾ ਵਾਇਰਸ ਦੇ ਨਾਲ ਇਹਦੀ ਕੰਪੈਰੀਜ਼ਨ ਕਰਕੇ ਦੇਖ ਲਿਓ। ਜੌਨ ਸਾਲਕ ਦਾ ਇਹ ਬਿਆਨ ਹੈ, 1977 ਦਾ ਇਹ ਬਿਆਨ ਹੈ ਉਸਦਾ, ਜੌਨ ਸਾਲਕ ਦਾ, ਜਿਹਨੇ ਪੋਲੀਓ ਦੀ ਵੈਕਸੀਨ ਬਣਾਈ। ਉਹ ਕਹਿੰਦਾ ਜਿਹੜੀ ਵੈਕਸੀਨ ਅਸੀਂ ਬਣਾਈ ਹੈ, ਉਸ ਵੈਕਸੀਨ ਦੇ ਨਾਲ 61 ਤੋਂ ਲੈ ਕੇ 77 ਤੱਕ ਸਹੁੰ ਖਾ ਕੇ ਬਿਆਨ ਦਿੱਤਾ, ਨਾਲੇ ਕਸਮ ਖਾਧੀ ਉਹਨੇ ਵੀ ਮੈਂ ਸੱਚ ਕਹਿਣਾ ਬਿਲਕੁਲ, ਵੀ ਜਿਹੜੇ ਮੌਤਾਂ ਜਿਹੜੀਆਂ ਹੋਈਆਂ ਉਹ ਪੋਲੀਓ ਸਿੱਧਾ ਨਹੀਂ ਲੋਕਾਂ ਨੂੰ ਹੋਇਆ, ਵੈਕਸੀਨ ਦੇ ਨਾਲ ਪੋਲੀਓ ਹੋਇਆ। ਹੁਣ ਤੁਸੀਂ ਦੇਖੋ ਇਹਨਾਂ ਦਾ ਇਤਿਹਾਸ ਕੀ ਹੈ। 1970 'ਚ ਜਿਹੜਾ ਭਾਰਤ ਵਿੱਚ TB ਦੇ ਜਿਹੜੀ ਵੈਕਸੀਨ ਕਰਵਾਈ ਗਈ ਤੇ ਉਸ ਵੈਕਸੀਨ ਤੋਂ ਬਾਅਦ ਜਿਹੜਾ ਹੈਗਾ 2.5 ਲੱਖ ਲੋਕਾਂ ਦਾ ਜਾਇਜ਼ਾ ਲਿਆ ਗਿਆ। ਵੈਕਸੀਨ ਤੋਂ ਬਾਅਦ 1970 'ਚ ਭਾਰਤ 'ਚ TB ਦੀ ਵੈਕਸੀਨੇਸ਼ਨ ਹੋਈ ਤੇ ਉਸ ਵੈਕਸੀਨੇਸ਼ਨ ਦੇ ਵਿੱਚ ਉਦੋਂ ਬਾਅਦ ਉਹਦਾ ਸਰਵਾ ਕੀਤਾ ਗਿਆ ਤੇ ਸਰਵੇ 'ਚ ਹੈਰਾਨੀ ਦੀ ਗੱਲ ਪਤਾ ਕੀ, ਵੀ 2.5 ਲੱਖ ਲੋਕਾਂ ਦਾ ਸਰਵਾ ਕੀਤਾ ਸੀ ਤੇ ਜਿਹੜੇ ਲੋਕਾਂ ਦੇ ਵੈਕਸੀਨ ਲੱਗੀ ਸੀ ਉਹਨਾਂ ਲੋਕਾਂ ਦੇ ਵਿੱਚ TB ਦੀ ਬਿਮਾਰੀ ਵੱਧ ਚੁੱਕੀ ਸੀ। TB ਦੀ ਜਿਨ੍ਹਾਂ ਦੇ ਨਹੀਂ ਲੱਗੀ ਸੀ ਉਹਨਾਂ 'ਚ TB ਦੀ ਬਿਮਾਰੀ ਨਹੀਂ ਸੀ। ਤੇ ਅੱਜ ਤਾਂ ਜਿਹੜਾ ਜਿਵੇਂ ਮਤਲਬ ਹਰ ਇੱਕ ਬੱਚੇ ਨੂੰ ਜਿਹੜਾ ਹੈਗਾ BCG ਦਾ ਟੀਕਾ ਲੱਗ ਰਿਹਾ। ਤੇ ਤੁਹਾਨੂੰ ਪਤਾ ਹੋਵੇ TB ਪਹਿਲਾਂ ਇਹ ਦੱਸਿਆ ਜਾਂਦਾ ਸੀ, ਇਹਦਾ ਲੱਛਣ ਸੀਗਾ ਵੀ 7 ਹਫ਼ਤਿਆਂ ਤੋਂ ਵੱਧ ਜਿਹੜਾ ਹੈਗਾ ਪੁਰਾਣੀ ਖੰਘ ਹੈ ਫਿਰ TB ਹੋ ਸਕਦੀ ਹੈ। ਤੇ ਆਪ ਨੂੰ ਪਤਾ ਹੋਵੇ ਹੁਣ TB ਦਾ ਅਟੈਕ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ। ਮੇਰਾ ਬੜਾ ਨਜ਼ਦੀਕੀ ਕਲੀਗ ਸੀਗਾ, ਇੱਕ ਦਿਨ ਜਿਹੜਾ ਖਾਂਸੀ ਹੋਈ ਤੇ ਰਾਤ ਦੇ ਵਕਤ ਸਰੀਰ ਜਾਮ ਹੋ ਗਿਆ ਤੇ ਦੂਸਰੇ ਦਿਨ ਪਤਾ ਲੱਗਿਆ ਵੀ TB ਹੈ। ਤਾਂ BCG ਦੇ ਟੀਕੇ ਲੱਗਣ ਤੋਂ ਬਾਅਦ ਵੀ ਇਹ ਸਾਰਾ ਕੁਝ ਹੋ ਰਿਹਾ ਹੈ। ਇਹਦਾ ਮਤਲਬ TB ਦਾ ਜਿਹੜਾ ਟੀਕਾ ਹੈਗਾ ਉਹਨੇ TB ਨੂੰ ਰੋਕਿਆ ਨਹੀਂ। ਫਿਰ 1978 'ਚ ਦੇਖੋ ਜਿਹੜਾ ਅਮਰੀਕਾ ਦਾ ਇੱਕ ਸਰਵਾ ਹੋਇਆ 1978 ਵਿੱਚ, ਉਹ ਕਹਿੰਦੇ ਵੀ ਅਸੀਂ ਕਹਿੰਦੇ ਵੀ ਸਰਵਾ ਕੀਤਾ ਖਸਰੇ ਦਾ ਸਰਵਾ 1978 'ਚ ਵਾਇਰਸ ਦਾ ਸਰਵਾ ਕੀਤਾ ਇਸ ਦਾ। ਉਹ ਕਹਿੰਦੇ ਵੀ 30 ਪ੍ਰਾਂਤਾਂ 'ਚ ਸਰਵਾ ਕੀਤਾ ਗਿਆ। ਹੁਣ ਤਾਂ 52 ਜਿਹੜੀਆਂ ਉਹਨਾਂ ਦੀਆਂ ਪ੍ਰਾਂਤਾਂ ਨੇ ਉਹ ਤੋਂ 30 ਜਿਹੜੀਆਂ ਉਹਨਾਂ ਦੀਆਂ ਪ੍ਰਾਂਤਾਂ ਦਾ ਸਰਵਾ ਕੀਤਾ ਗਿਆ, ਜਿਹਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਖਸਰੇ ਦੇ ਰੋਗੀ ਨੇ ਉਹਨਾਂ ਦੇ ਵਿੱਚ ਵੱਧ ਖਸਰੇ ਦੇ ਰੋਗੀ ਉਹ ਹੁੰਦੇ ਜਿਨ੍ਹਾਂ ਨੂੰ ਖਸਰੇ ਦੀ ਵੈਕਸੀਨ ਲੱਗ ਚੁੱਕੀ ਹੈ। ਫਿਰ ਉਸ ਤੋਂ ਬਾਅਦ ਕੀ ਹੋਇਆ, 1981 'ਚ
ਅਮਰੀਕਨ ਜਿਹੜੀ ਮੈਡੀਕਲ ਐਸੋਸੀਏਸ਼ਨ ਸੀ ਉਹਨਾਂ ਨੇ ਇੱਕ ਸਰਵਾ ਕਰਿਆ ਸੀਗਾ। ਉਹ ਕਹਿੰਦੇ ਵੀ ਜਿਹੜੇ ਡਾਕਟਰ ਸੀਗੇ 1981 ਦੇ ਵਿੱਚ, ਇਹ ਸਰਵੇ ਦੇ ਵਿੱਚ ਉਹਨਾਂ ਨੇ ਜਿਹੜੀ ਉਦੋਂ ਦੀ ਖਬਰ ਆਈ ਵੀ ਜਿਹੜੇ ਡਾਕਟਰ ਸੀਗੇ ਉਹ ਆਪ ਆਪਣੇ ਬੱਚਿਆਂ ਦੇ ਜਿਹੜਾ ਹੈਗਾ ਰੂਬੈਲਾ ਵੈਕਸੀਨ ਲਵਾਉਣ ਤੋਂ ਨਾ ਕਰਦੇ ਰਹੇ ਵੀ ਅਸੀਂ ਨਹੀਂ ਲਵਾਉਣੀ। ਕਿਉਂ? ਉਹ ਕਹਿੰਦੇ ਵੀ ਇਹ ਟੀਕੇ ਜਿਹੜੇ ਰੋਗੀਆਂ ਨੂੰ ਤਾਂ ਲਾਏ ਜਾਂਦੇ ਸੀ, ਡਾਕਟਰ ਆਪ ਜਿਹੜਾ ਹੈਗਾ ਉਹਨਾਂ ਨੇ ਇਹ ਟੀਕਾ ਨਹੀਂ ਲਵਾਇਆ। ਫਿਰ ਆਪਣੇ ਬੱਚਿਆਂ ਤੋਂ ਇਹ ਮਤਲਬ ਟੀਕੇ ਲਵਾਉਣ ਤੋਂ ਪਰਹੇਜ਼ ਕਰਦੇ ਰਹੇ। ਉਹ ਕਹਿੰਦੇ ਵੀ ਅਸੀਂ ਨਹੀਂ ਲਵਾਉਣਾ ਕਿਉਂਕਿ ਇਸ ਟੀਕੇ ਦੇ ਨਾਲ ਰੋਗ ਹੁੰਦਾ ਹੈ, ਰੋਗ ਰੁਕਦਾ ਨਹੀਂ। ਫਿਰ 1979 ਦਾ ਇੱਕ ਇਤਿਹਾਸ ਹੈਗਾ ਵੀ ਸਵੀਡਨ ਇੱਕ ਦੇਸ਼ ਹੈ ਜਿਨ੍ਹਾਂ ਨੇ ਕਾਲੀ ਖੰਘ ਦੇ ਟੀਕੇ ਬੰਦ ਕਰਤੇ ਸੀ। ਉਹ ਕਹਿੰਦੇ ਵੀ ਨਹੀਂ ਅਸੀਂ ਵਰਤਣੇ। ਕਿਉਂ? ਉਹਨਾਂ ਨੇ ਇਹ ਫੈਸਲਾ ਕਿਉਂ ਲਿਆ? ਉਹ ਕਹਿੰਦੇ ਵੀ ਕਾਲੀ ਖਾਂਸੀ ਦੇ ਟੀਕੇ ਨਹੀਂ ਅਸੀਂ ਲਾਉਣੇ, ਆਪਾਂ ਸੋਕੜਾ ਕਹਿ ਦਿੰਦੇ ਹਾਂ ਇੱਧਰ ਆਪਣੇ। ਉਹ ਕਹਿੰਦੇ ਵੀ ਜਿਹੜੇ 1978 ਚ 1979 ਚ ਉਹਨਾਂ ਨੇ ਫੈਸਲਾ ਲਿਆ, ਉਹ ਕਹਿੰਦੇ ਕਾਲੀ ਖਾਂਸੀ ਦਾ ਟੀਕਾ ਨਹੀਂ ਲਾਉਣਾ। ਕਿਉਂ? ਕਾਰਨ ਕੀ? ਉਹ ਕਹਿੰਦੇ ਵੀ ਜਿਹੜੇ 1978 ਦਾ ਸਰਵਾ ਕੀਤਾ ਤੇ ਉਹਦੇ ਚ 5500 ਕਾਲੀ ਖੰਘ ਦੇ ਮਰੀਜ਼ ਪਾਏ ਗਏ, ਜਿਨ੍ਹਾਂ ਦੇ ਵਿੱਚੋਂ 84% ਬੱਚੇ ਜਿਹੜੇ ਨੇ, ਕਹਿਣ ਦਾ ਭਾਵ 5000 ਚੋਂ 4000 ਬੱਚਾ ਉਹ ਸੀ ਜਿਨ੍ਹਾਂ ਦੇ ਕਾਲੀ ਖੰਘ ਦੇ ਜਿਹੜਾ ਹੈਗਾ 3 ਟੀਕੇ ਲੱਗ ਚੁੱਕੇ ਸੀ, ਤੇ ਫਿਰ ਵੀ ਉਹਨਾਂ ਨੂੰ ਕਾਲੀ ਖਾਂਸੀ ਹੋ ਗਈ। 84% ਬੱਚੇ ਉਹ ਸੀ ਕਾਲੀ ਖਾਂਸੀ ਦੇ ਮਰੀਜ਼ ਜਿਨ੍ਹਾਂ ਨੂੰ ਵੈਕਸੀਨੇਸ਼ਨ ਜਿਨ੍ਹਾਂ ਦੀ ਹੋ ਚੁੱਕੀ ਸੀ, ਵਾਇਰਸ ਤੋਂ ਜਿਨ੍ਹਾਂ ਦਾ ਪ੍ਰੋਟੈਕਸ਼ਨ ਵਾਸਤੇ ਵੈਕਸੀਨੇਸ਼ਨ ਕਰਵਾਈ ਜਾ ਚੁੱਕੀ ਸੀ, ਤੇ 3 ਵਾਰੀ ਟੀਕੇ ਲੱਗਣ ਤੋਂ ਬਾਅਦ ਵੀ ਉਹਨਾਂ ਬੱਚਿਆਂ ਨੂੰ ਕਾਲੀ ਖੰਘ ਹੋ ਗਈ। ਫਿਰ ਅੱਗੇ ਜਦੋਂ ਆਪਾਂ ਦੇਖਦੇ ਹਾਂ 1987 ਜਿਹੜਾ ਹੈਗਾ DPT ਦਾ ਟੀਕਾ, ਇਹ ਮਤਲਬ 11 ਸੈਂਟ ਤੋਂ ਵਧਾ ਕੇ ਉਹਨਾਂ ਨੇ $11 100 ਗੁਣਾ ਕਰਤਾ ਸੀ। ਤੇ ਇਸ ਵਿੱਚੋਂ ਹਰ ਟੀਕੇ ਦੇ ਪਿੱਛੇ ਕਹਿੰਦੇ ਵੀ $8। ਕਿਉਂ ਇਹ ਪੈਸੇ ਕਿਉਂ ਵਧਾਏ ਗਏ? ਤੁਸੀਂ ਹੈਰਾਨ ਹੋਵੋਗੇ ਵੀ ਟੀਕਾ DPT ਦਾ ਜਿਹੜਾ ਟੀਕਾ ਸੀਗਾ ਉਹ 11 ਸੈਂਟ ਤੋਂ ਵਧਾ ਕੇ ਉਹਨਾਂ ਨੇ $11 ਦਾ ਕਰਤਾ। ਕਿਉਂ ਕੀਤਾ? ਜਿਵੇਂ 11 ਪੈਸਿਆਂ ਤੋਂ ਲੈ ਕੇ 1100 ਪੈਸੇ ਤੱਕ ਵਧਾ ਦਿੱਤਾ ਜਾਵੇ ਕਿਸੇ ਚੀਜ਼ ਨੂੰ, ਤਾਂ ਉਹਨਾਂ ਨੇ ਕਿਉਂ, ਪਤਾ ਕਿਉਂ ਕੀਤਾ ਸੀ? ਇਹਦਾ ਕਾਰਨ ਕੀ ਸੀਗਾ? ਤੁਸੀਂ ਹੈਰਾਨ ਹੋਵੋਗੇ ਵੀ ਉਹਨਾਂ ਟੀਕਿਆਂ ਦੇ ਨਾਲ ਜਿਹੜੀ ਲੋਕਾਂ ਨੂੰ ਹਾਨੀ ਹੁੰਦੀ ਸੀ, ਲੋਕਾਂ ਦੇ ਦਿਮਾਗੀ ਹਾਲਤ ਜਿਹੜਾ ਹੈਗਾ ਉਹ ਟੀਕਿਆਂ ਦੇ ਨਾਲ ਕਮਜ਼ੋਰ ਹੋ ਜਾਂਦੀ ਸੀ। ਬਹੁਤ ਲੋਕਾਂ ਨੂੰ ਸਰੀਰਕ ਹਾਨੀਆਂ ਹੋਣ ਲੱਗ ਪਈਆਂ, ਤੇ ਲੋਕਾਂ ਨੇ ਫਿਰ ਇਸ ਕੰਪਨੀ ਤੇ ਜਿਹੜੀ ਕੰਪਨੀ ਟੀਕੇ ਬਣਾਉਂਦੀ ਸੀ ਉਹਦੇ ਤੇ ਕੇਸ ਕਰਨੇ ਸ਼ੁਰੂ ਕਰਤੇ। ਜਦੋਂ ਕੇਸ ਹੋਣ ਲੱਗ ਪਏ ਤਾਂ ਕੰਪਨੀ ਨੇ ਫਿਰ ਸਰਕਾਰ ਨਾਲ ਗੱਲ ਕੀਤੀ ਵੀ ਅਸੀਂ ਟੀਕੇ ਬਣਾ ਰਹੇ ਹਾਂ, ਵੈਕਸੀਨੇਸ਼ਨ ਸਰਕਾਰ ਕਰਵਾਉਂਦੀ ਹੈ, ਤਾਂ ਫਿਰ ਇਹਦਾ ਰੇਟ ਵਧਾ ਦਿੱਤਾ ਗਿਆ। ਕਿਉਂ? $11 ਦੇ ਵਿੱਚੋਂ $8 ਉਹਨਾਂ ਲੋਕਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਸੀ ਜਿਨ੍ਹਾਂ ਨੂੰ ਇਹਨਾਂ ਟੀਕਿਆਂ ਦੇ ਨਾਲ ਨੁਕਸਾਨ ਹੁੰਦਾ ਸੀ। ਕਹਿਣ ਦਾ ਭਾਵ ਟੀਕੇ ਨਹੀਂ ਬੰਦ ਕੀਤੇ, ਲੋਕਾਂ ਤੋਂ ਪੈਸਾ ਲੈ ਕੇ ਮੁਆਵਜ਼ਾ ਦੇਣਾ ਸ਼ੁਰੂ ਕਰਤਾ। ਇਹ ਹੈ ਸਰਕਾਰਾਂ ਦੇ ਕੰਮ। ਕਿੰਨੀ ਜਿਹੜੀ ਹੈਗੀ ਬੇਹੂਦਾ ਗੱਲ ਹੈ ਵੀ ਤੁਸੀਂ ਇੰਜੈਕਸ਼ਨ ਜਿਹੜੀ ਹੈਗੀ ਹੈ ਉਹ ਟੀਕੇ ਨੂੰ ਬੰਦ ਕਰੋ। ਟੀਕੇ ਨੂੰ ਬੰਦ ਕਰਨ ਦੀ ਬਜਾਏ ਕੀ ਕੀਤਾ ਵੀ ਉਹਦਾ ਰੇਟ ਵਧਾ ਦਿਓ, ਤੇ ਰੇਟ ਵਧਾ ਕੇ ਜਿਹੜਾ ਉਸ ਟੀਕੇ ਦੇ ਨਾਲ ਨੁਕਸਾਨ ਹੋਊਗਾ ਤੇ ਕੋਈ ਬੰਦਾ ਉਹਦਾ ਕਲੇਮ ਕਰੂਗਾ, ਕਿਉਂਕਿ ਸਾਰੇ ਅਮਰੀਕਨ ਲੋਕ ਜ਼ਿਆਦਾਤਰ ਜਿਹੜੇ ਨੇ ਉਹ ਅਵੇਅਰ ਨੇ ਆਪਣੇ ਹੱਕਾਂ ਪ੍ਰਤੀ, ਉਹ ਕਲੇਮ ਕਰਦੇ ਨੇ। ਸਾਡੇ ਤਾਂ ਚਲੋ ਬੰਦਾ ਮਰ ਗਿਆ ਤਾਂ ਮਰ ਗਿਆ, ਕੋਈ ਆਪਣੀ ਪੁੱਛਗਿੱਛ ਨਹੀਂ ਹੁੰਦੀ। ਤਾਂ ਉਹਨਾਂ ਨੇ ਫਿਰ ਕੀ ਕੀਤਾ ਸੀਗਾ ਵੀ 11 ਸੈਂਟ ਤੋਂ $11 ਬਣਾਤੇ ਸੀਗੇ। ਕਹਿਣ ਦਾ ਭਾਵ 1100 ਸੈਂਟ, 100 ਗੁਣਾ ਵਧਾਤਾ ਕੀਮਤ, ਤੇ 100 ਗੁਣਾ ਕੀਮਤ ਵਧਾਉਣ ਦੇ ਵਿੱਚੋਂ 800 ਸੈਂਟ, ਕਹਿਣ ਦਾ ਭਾਵ 80 ਗੁਣਾ ਪੈਸਾ ਉਹਨਾਂ ਲੋਕਾਂ ਨੂੰ ਦੇਣਾ ਸੀ ਉਹਨਾਂ ਨੇ ਮੋੜ ਕੇ, ਜਿਹੜੇ ਲੋਕਾਂ ਦੀ ਇਹਨਾਂ ਟੀਕਿਆਂ ਦੇ ਨਾਲ ਹਾਨੀ ਹੋਣੀ ਸੀ। ਤੁਸੀਂ ਦੇਖੋ ਵੀ ਕਿੰਨੀ ਕਮਾਲ ਦੀ ਗੱਲ ਹੈ। ਵੈਕਸੀਨੇਸ਼ਨ ਦਾ ਇਹ ਸੱਚ ਹੈ, ਅੱਜ ਤੱਕ ਜਿਹੜੇ ਵਾਇਰਸ ਪੈਦਾ ਹੁੰਦੇ ਨੇ ਤਾਂ ਉਹਨਾਂ ਦੀ ਵੈਕਸੀਨੇਸ਼ਨ ਦੇ ਵਿੱਚ ਆਹ ਸੱਚ ਹੈ। ਫਿਰ ਤੁਸੀਂ 1990 ਦਾ ਦੇਖੋ, ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਜਿਹੜਾ ਹੈਗਾ ਜਨਰਲ ਜਿਹੜਾ ਉਹਨਾਂ ਦੀਆਂ ਛਪਦੀਆਂ ਨੇ, ਉਹਨਾਂ ਦੇ ਵਿੱਚ ਛਪਿਆ ਉਹ ਕਹਿੰਦੇ ਵੀ 95% ਜਿਹੜੇ ਸਕੂਲ ਦੇ ਵਿੱਚ ਜਿਹੜੇ ਬੱਚੇ ਜਾਂਦੇ ਉਹਨੂੰ ਖਸਰੇ ਦੇ ਟੀਕੇ ਲੱਗੇ ਸੀ। 95% ਬੱਚਿਆਂ ਨੂੰ ਖਸਰੇ ਦੇ ਟੀਕੇ ਲੱਗ ਚੁੱਕੇ ਸੀ। 1990 ਦਾ ਉਹਨਾਂ ਦੀ ਰਿਪੋਰਟ ਹੈ ਜਿਹੜੀ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੀ, ਤੇ ਉਹ ਕਹਿੰਦੇ ਵੀ 95% ਬੱਚਿਆਂ ਨੂੰ ਟੀਕੇ ਲੱਗਣ ਦੇ ਬਾਵਜੂਦ ਵੀ, ਕਹਿਣ ਦਾ ਭਾਵ ਤਾਂ 5% ਲੋਕਾਂ ਨੂੰ ਬਿਮਾਰੀ ਹੋਣੀ ਚਾਹੀਦੀ ਸੀ, ਬਿਮਾਰੀ ਨਾ ਮਾਤਰ ਰਹਿ ਜਾਣੀ ਚਾਹੀਦੀ ਸੀ, ਪਰ ਕਹਿੰਦੇ 80% ਲੋਕਾਂ ਨੂੰ ਉਸ ਸਾਲ ਖਸਰਾ ਹੋਇਆ।
ਕਹਿਣ ਦਾ ਭਾਵ ਟੀਕਿਆਂ ਨੇ ਕੋਈ ਖਸਰਾ ਨਹੀਂ ਰੋਕਿਆ, ਵੈਕਸੀਨੇਸ਼ਨ ਨੇ ਕੋਈ ਵਾਇਰਸ ਨੂੰ ਕਾਬੂ 'ਚ ਨਹੀਂ ਕੀਤਾ। ਤੇ ਉਹ ਕਹਿੰਦੇ ਵੀ 1994 ਦਾ ਜਿਹੜਾ ਹੈਗਾ ਨਿਊ ਇੰਗਲੈਂਡ ਮੈਡੀਕਲ ਜਰਨਲ ਅਨੁਸਾਰ ਉਹਨਾਂ ਦੀ ਰਿਪੋਰਟ ਇਹ ਕਹਿੰਦੀ ਹੈ ਵੀ 80% ਉਹਨਾਂ 5 ਸਾਲ ਦੇ ਹੇਠਾਂ ਬੱਚਿਆਂ ਨੂੰ ਕਾਲੀ ਖੰਘ ਹੋਈ ਜਿਹਨਾਂ ਨੂੰ ਰੋਕਥਾਮ ਲਈ ਟੀਕੇ ਪਹਿਲਾਂ ਲੱਗੇ ਹੋਏ ਸੀ। ਤੁਸੀਂ ਐਂ ਦੇਖ ਲਓ ਵੀ ਜੇ 100 ਬੰਦੇ ਨੂੰ ਹੁੰਦਾ ਤਾਂ 100 ਚੋਂ 20 ਬੰਦੇ ਤਾਂ ਉਹ ਸੀ ਜਿਹਨਾਂ ਨੂੰ ਕੋਈ ਟੀਕਾ ਨਹੀਂ ਲੱਗਿਆ ਸੀ, ਤੇ 80 ਬੰਦੇ ਉਹਨਾਂ ਨੂੰ ਹੋਈ ਬਿਮਾਰੀ ਜਿਹੜੇ ਬੰਦਿਆਂ ਦੇ ਟੀਕੇ ਲੱਗ ਚੁੱਕੇ ਸੀ, ਜਿਹੜੇ ਬੱਚਿਆਂ ਦੇ, ਬੰਦਿਆਂ ਦੇ ਨਹੀਂ ਬੱਚਿਆਂ ਦੇ, ਕਾਲੀ ਖੰਘ ਦੇ। ਫਿਰ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹਨਾਂ ਦਾ ਬੜਾ ਵੱਡਾ ਜਿਹੜਾ ਹੈਗਾ ਇੱਕ ਟਰੈਪ ਹੈ, ਪੂਰਾ ਜਾਲ ਹੈ। ਅੱਗੇ ਦੀ ਅੱਗੇ ਜੇ ਤੁਸੀਂ ਕੋਈ ਵੀ ਸੁਣ ਰਿਹਾ ਤਾਂ ਜ਼ਰੂਰ ਇਹਨੂੰ ਸ਼ੇਅਰ ਕਰੋ। ਬੜਾ ਵੱਡਾ ਮਤਲਬ ਇਹ ਚੀਜ਼ ਜਿਹੜੀ ਹੈਗੀ ਹੈ ਪੂਰਾ ਟਰੈਪ ਬਣਿਆ ਹੋਇਆ ਹੈ। ਨਵੰਬਰ 2000 ਦੇ ਵਿੱਚ ਅਮਰੀਕਨ ਫਿਜ਼ੀਸ਼ੀਅਨ ਤੇ ਜਰਨਲ ਐਸੋਸੀਏਸ਼ਨ ਨੇ ਆਪਣੇ ਜਿਹੜਾ ਹੈਗਾ ਸੇਂਟ ਲੂਇਸ ਦੇ ਜਿਹੜੇ ਇਜਲਾਸ ਦੇ ਵਿੱਚ ਇੱਕੋ ਆਵਾਜ਼ ਦੇ ਨਾਲ 57ਵੇਂ ਇਜਲਾਸ 'ਚ ਮਤਾ ਪਾਸ ਕੀਤਾ ਸੀਗਾ ਵੀ ਜਿਹੜੀਆਂ ਬੱਚਿਆਂ 'ਤੇ ਤੁਸੀਂ ਜਿਹੜੀਆਂ ਇਹ ਮਤਾ ਪਾਸ ਕੀਤਾ, ਅਮਰੀਕਨ ਫਿਜ਼ੀਸ਼ੀਅਨ ਤੇ ਜਿਹੜੀ ਸਰਜਨ ਐਸੋਸੀਏਸ਼ਨ ਹੈ, ਦਵਾਈਆਂ ਵਾਲੇ ਤੇ ਆਪਰੇਸ਼ਨਾਂ ਵਾਲੇ ਜਿਹੜੇ ਐਸੋਸੀਏਸ਼ਨ ਜਿਹੜੇ ਡਾਕਟਰਾਂ ਦੀ ਬਣੀ ਹੋਈ ਹੈ, ਉਹਨਾਂ ਨੇ ਇਹ ਜਿਹੜਾ ਹੈਗਾ ਤੁਸੀਂ ਹੈਰਾਨ ਹੋਵੋਗੇ, ਉਹਨਾਂ ਨੇ ਇਹ ਮਤਾ ਪਾਸ ਕੀਤਾ ਇੱਕ ਆਵਾਜ਼ ਦੇ ਨਾਲ ਕਿ ਜਿਹੜੀਆਂ ਸਰਕਾਰਾਂ ਕਹਿੰਦੀਆਂ ਨਾ ਵੀ ਆਹ ਟੀਕਾ ਜਿਹੜਾ ਲਾਉਣਾ ਲਾਜ਼ਮੀ ਹੈ, ਲੱਗਣਾ ਹੀ ਚਾਹੀਦਾ ਹੈ, ਉਹ ਕਹਿੰਦੇ ਪੱਕੀਆਂ ਹਦਾਇਤਾਂ ਖਤਮ ਹੋਣੀਆਂ ਚਾਹੀਦੀਆਂ। ਕੋਈ ਚਾਹਵੇ ਲਵਾਵੇ ਤੇ ਕੋਈ ਨਾ ਚਾਹਵੇ ਤੇ ਨਾ ਲਵਾਵੇ, ਕਿਉਂਕਿ ਇਹਨਾਂ ਇੰਜੈਕਸ਼ਨਾਂ ਦਾ ਨਾ ਕੋਈ ਫਾਇਦਾ, ਨਾ ਨੂੰ ਨੁਕਸਾਨ ਇਹਦਾ ਹੈਗਾ। ਨੁਕਸਾਨ ਮੈਂ ਕਿੰਨੇ ਤੁਹਾਨੂੰ ਗਿਣਾ ਚੁੱਕਿਆ। ਤੇ ਉਸ ਤੋਂ ਬਾਅਦ ਜੇ ਤੁਸੀਂ 2009 'ਚ ਮਤਲਬ ਦੇਖ ਲਓ ਤਾਂ ਬਥੇਰੀਆਂ ਉਦਾਹਰਨਾਂ ਹੈ। ਹੁਣ ਸਵਾਈਨ ਫਲੂ ਕੰਨੀ ਆ ਜਾਓ, ਕਿਉਂਕਿ ਇਹ ਜਿਹੜਾ ਵਾਇਰਸ ਹੈ, ਇਹ ਜਿਹੜਾ ਕਰੋਨਾ ਵਾਇਰਸ ਹੈ, ਇਹਨੂੰ ਸਵਾਈਨ ਫਲੂ ਦਾ ਹੀ ਦੂਜਾ ਰੂਪ ਕਿਹਾ ਜਾਂਦਾ ਵੀ ਸਵਾਈਨ ਫਲੂ ਤੋਂ ਖਤਰਨਾਕ ਹੈ, ਪਰ ਉਸੇ ਹੀ ਪਰਿਵਾਰ ਦਾ ਇੱਕ ਵਾਇਰਸ ਹੈ। ਕਿਉਂਕਿ ਵਾਇਰਸਸ ਦੇ ਵੀ ਪਰਿਵਾਰ ਹੁੰਦੇ ਨੇ ਨਾ, ਬੈਕਟੀਰੀਆ ਦੇ ਪਰਿਵਾਰ ਵੱਖਰੇ ਨੇ, ਵਾਇਰਸ ਦੇ ਪਰਿਵਾਰ ਵੱਖਰੇ ਨੇ। ਮੈਡੀਕਲ ਲੈਣ ਵਾਲੇ ਇਸ ਗੱਲ ਨੂੰ ਜ਼ਿਆਦਾ ਜਾਣਦੇ ਹੋਣ, ਅਸੀਂ ਤਾਂ ਆਪਾਂ ਤਾਂ ਅਨਪੜ੍ਹ ਨੀਮ ਹਕੀਮ ਬੰਦੇ ਹਾਂ, ਆਪਾਂ ਨੂੰ ਤਾਂ ਕੀ ਪਤਾ ਇੰਨਾ, ਪਰ ਜਿਹੜੇ ਡਾਕਟਰ ਨੇ ਉਸ ਗੱਲ ਨੂੰ ਜ਼ਿਆਦਾ ਸਮਝਦੇ ਨੇ। ਤੇ ਮੈਂ ਕਹਿੰਦਾ ਵੀ ਇਨਸਾਨ ਹੋਣ ਦੇ ਨਾਤੇ ਸਾਡੇ ਡਾਕਟਰਾਂ ਨੂੰ ਇਸ ਚੀਜ਼ ਦੇ ਉੱਤੇ, ਤੁਹਾਨੂੰ ਪ੍ਰਮਾਤਮਾ ਨੇ ਵਿੱਦਿਆ ਦੀ ਦਾਤ ਦਿੱਤੀ ਹੈ, ਤੁਸੀਂ ਇਹਨਾਂ ਚੀਜ਼ਾਂ 'ਤੇ ਇਕੱਲਾ ਇਹ ਨਹੀਂ ਹੈ ਕਿ ਆਪਾਂ ਮਾਫ ਕਰ ਦੇਣਾ ਵੀ ਕਮਰੇ ਦੇ ਵਿੱਚ ਬੈਠੇ ਹਾਂ, ਲੱਖ 1.5 ਲੱਖ ਤਨਖਾਹ ਆ ਗਈ ਅਤੇ ਆਪਾਂ ਆਪਣੀ ਜੇਬ 'ਚ ਪਾਈ ਅਤੇ ਆਪਣਾ ਉਹਦਾ ਸੁਰੱਖਿਅਤ ਹੈ। ਪਰ ਇਹ ਨਾ ਸੋਚੋ, ਇਸ ਚੀਜ਼ ਨੂੰ ਇਸ ਰੂਪ 'ਚ ਵੀ ਦੇਖੋ ਵੀ ਤੁਹਾਡੀ ਸਮਾਜ ਦੇ ਪ੍ਰਤੀ ਤੁਹਾਨੂੰ ਪਰਮਾਤਮਾ ਨੇ ਉਹ ਗੁਣ ਦਿੱਤਾ ਅਤੇ ਤੁਸੀਂ ਉਹਦੇ ਪ੍ਰਤੀ ਕਿੰਨੇ ਕੁ ਅਵੇਅਰ ਹੋ, ਤੁਸੀਂ ਉਹ ਸੇਵਾ ਕਰ ਰਹੇ ਹੋ ਕਿ ਨਹੀਂ। 2009 ਦੀਆਂ ਉਦਾਹਰਨਾਂ ਨੂੰ ਜਦੋਂ ਦੇਖਦੇ ਹਾਂ ਤਾਂ ਸਵਾਈਨ ਫਲੂ ਨੂੰ ਦੇਖੋ। ਸਵਾਈਨ ਫਲੂ ਦੀ ਜਿਹੜੀ ਬਿਮਾਰੀ ਹੈ, ਵੈਸੇ ਇਹ 1976 'ਚ ਜਿਹੜੇ ਹੈਗਾ ਸਭ ਤੋਂ ਪਹਿਲਾਂ ਇਹਦੀ ਪੁਸ਼ਟੀ ਹੋਈ ਸੀਗੀ 1976 ਦੇ ਵਿੱਚ। ਕਹਿਣ ਦਾ ਭਾਵ ਹੁਣ ਤੋਂ ਲਗਭਗ 45 ਸਾਲ ਪਹਿਲਾਂ। ਤੇ ਉਦੋਂ ਮਤਲਬ ਰੌਲਾ ਪਾਇਆ ਗਿਆ ਸਵਾਈਨ ਫਲੂ ਦਾ, ਪੈ ਗਿਆ ਰੌਲਾ ਜਾਂ ਪਾਇਆ ਗਿਆ। ਉਦੋਂ ਕੀ ਹੋਇਆ ਵੀ ਜਦੋਂ ਇਹ ਸਵਾਈਨ ਫਲੂ ਦਾ ਰੌਲਾ ਪੈ ਗਿਆ। ਹੁਣ ਦੇਖੋ ਵੈਕਸੀਨਾਂ ਦਾ ਇਤਿਹਾਸ ਕੀ ਹੈ, ਕਿਵੇਂ ਇਹ ਵੈਕਸੀਨ ਧੱਕੇ ਨਾਲ ਕਿਉਂ ਲਾਈ ਜਾਂਦੀ ਹੈ, ਇਹਦੀ ਰਜਿਸਟ੍ਰੇਸ਼ਨ ਕਿਉਂ ਹੁੰਦੀ ਹੈ, ਇਹਦੇ ਪੱਕੇ ਕਾਰਡ ਕਿਉਂ ਬਣਦੇ ਨੇ, ਕਾਰਨ ਕੀ ਹੈਗਾ। ਤਾਂ ਕਾਰਨ ਵੱਡਾ ਇਹਦੇ 'ਚ ਇਹ ਹੈ ਵੀ 20 ਕਰੋੜ ਵੈਕਸੀਨਾਂ ਤਿਆਰ ਹੋ ਗਈਆਂ, 20 ਕਰੋੜ ਖੁਰਾਕਾਂ ਤਿਆਰ ਕੀਤੀਆਂ ਗਈਆਂ ਤੇ 4 ਕਰੋੜ ਲੋਕਾਂ ਨੂੰ ਟੀਕੇ ਲੱਗ ਗਏ, 16 ਕਰੋੜ ਟੀਕਾ ਬਚ ਗਿਆ। 20 ਕਰੋੜ ਵੈਕਸੀਨ ਤਿਆਰ ਹੋਈ ਤੇ ਉਹਦੇ 'ਚੋਂ 4 ਕਰੋੜ ਵੈਕਸੀਨ ਲੱਗ ਗਈ ਤੇ 16 ਕਰੋੜ ਵੈਕਸੀਨ ਜਿਹੜੀ ਬਚ ਗਈ। ਤੇ ਉਹ ਹੋਇਆ ਕੀ ਵੀ ਉਹ ਸਵਾਈਨ ਫਲੂ ਜਿਹੜਾ ਸੀਗਾ ਜਿਹਦਾ ਰੌਲਾ ਪਾਇਆ ਗਿਆ ਸੀ, ਸਵਾਈਨ ਫਲੂ ਹੈ ਬਹੁਤ ਖਤਰਨਾਕ ਬਿਮਾਰੀ, ਜਿਵੇਂ ਕਰੋਨਾ ਵਾਇਰਸ ਹੈ ਬੜੀ ਖਤਰਨਾਕ ਬਿਮਾਰੀ, ਪਤਾ ਨਹੀਂ ਪ੍ਰਚਾਰ ਹੋ ਰਿਹਾ ਇਸ ਰੂਪ ਦੇ ਵਿੱਚ। ਤੇ ਆਹ ਚੀਜ਼ ਨੂੰ, ਇਤਿਹਾਸ ਨੂੰ ਆਪਾਂ ਜ਼ਰੂਰ ਦੇਖੋ ਵੀ ਇੰਨਾ ਰੌਲਾ ਪਿਆ ਤੇ ਉਹ ਕੁਦਰਤੀ ਸਵਾਈਨ ਫਲੂ ਖਤਮ ਹੋ ਗਿਆ ਆਪਣੇ ਆਪ। ਵਾਇਰਸ ਆਪਣਾ ਜਿਹੜਾ ਹੈਗਾ ਜਰਨੀ ਪੂਰੀ ਕਰ ਗਿਆ ਤੇ ਉਹ ਖਤਮ ਹੋ ਗਿਆ। ਇਹ 1976 ਦੀ ਘਟਨਾ ਹੈ। ਅੱਛਾ, ਉਹ ਕੀ ਹੋਇਆ ਵੀ ਉਹ ਇਤਿਹਾਸ ਇਹ ਹੈ ਵਾਇਰਸ ਦਾ, ਤੁਸੀਂ ਉਸ ਚੀਜ਼ ਨੂੰ ਪੜ੍ਹ ਕੇ ਦੇਖ ਸਕਦੇ ਹੋ। 1976 ਅਮਰੀਕਾ ਸਵਾਈਨ ਫਲੂ ਦਾ ਜਿਹੜਾ ਪੂਰਾ ਹਿਸਟਰੀ ਤੁਸੀਂ ਪੜ੍ਹ ਲਓ, ਗੂਗਲ 'ਤੇ ਸਰਚ ਕਰ ਸਕਦੇ ਹੋ, ਸਾਰੀਆਂ ਚੀਜ਼ਾਂ ਗੂਗਲ 'ਤੇ। ਅੱਜ ਇਹ ਚੀਜ਼ਾਂ ਮਾਫ ਕਰਨਾ ਵਿਚਕਾਰ ਕੋਈ ਸਮੱਸਿਆ ਆ ਗਈ ਸੀ, ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਅਸਰ ਕਰਦੀਆਂ। ਇਸ ਤਰ੍ਹਾਂ 20 ਕਰੋੜ ਵੈਕਸੀਨ ਤਿਆਰ ਕੀਤੀ ਗਈ, 16 ਕਰੋੜ ਬਚ ਗਈ। ਤੇ ਜਿਹੜੇ ਲੋਕ ਨੇ ਉਹ ਕਹਿੰਦੇ ਨੇ ਵੀ ਸ਼ੱਕ ਹੈ
ਵੀ ਉਹ 16 ਕਰੋੜ ਵੈਕਸੀਨ ਉਹ ਫਿਰ ਖ਼ਤਮ ਨਹੀਂ ਕੀਤੀ। ਫਿਰ ਕਹਿੰਦੇ ਉਹਨਾਂ ਨੇ ਸਵਾਈਨ ਫਲੂ ਦਾ ਹੋਕਾ ਦਿੱਤਾ, ਹਊਆ ਫੈਲਾਇਆ ਵੀ ਹੁਣ ਵੈਕਸੀਨ ਇੰਨੀ, ਹੁਣ ਵੈਕਸੀਨ ਨੂੰ ਕਿੱਥੇ ਇਹਦੇ 'ਤੇ ਖਰਚਾ ਵੀ ਹੋਇਆ, ਆਪਾਂ ਤਿਆਰ ਕੀਤੀ ਹੈ, ਇਹਦਾ ਕੀ ਕਰਾਂਗੇ। ਉਹ ਕਹਿੰਦੇ ਵੀ ਇਹਦਾ ਕੀ ਕਰਨਾ, ਸਵੈਨ ਫਲੂ ਦਾ ਹੋਕਾ ਫੇਰ ਦਿਓ, ਸਵੈਨ ਫਲੂ ਦਾ ਜਿਹੜਾ ਹੈਗਾ ਰੌਲਾ ਪਾਓ ਅਤੇ 16 ਕਰੋੜ ਵੈਕਸੀਨ ਲਾ ਦਿਓ। ਫਿਰ ਕੀ ਹੈ, ਰੌਲਾ ਪਾਇਆ ਗਿਆ ਅਤੇ ਫਿਰ ਕੀ ਹੈ, ਕਹਿੰਦੇ ਵੀ ਉਸ ਤੋਂ ਬਾਅਦ ਇਹ ਜਿਹੜਾ 16 ਕਰੋੜ ਵੈਕਸੀਨ ਸਵੈਨ ਫਲੂ ਦਾ ਨਾਂ ਲੈ ਕੇ ਕਿ ਮੀਡੀਆ ਨੇ ਵੀ ਉਹਦਾ ਬਹੁਤ ਉਛਾਲਾ ਕੀਤਾ ਵੀ ਬਾਈ ਜਿਹੜਾ ਹੈਗਾ ਇਹ ਬਹੁਤ ਭੈੜੀ ਬਿਮਾਰੀ ਹੈ, ਇਹਦੇ ਨਾਲ ਬੰਦੇ ਦੀ ਮੌਤ ਹੋ ਜਾਂਦੀ ਹੈ, ਇਹਦੇ ਨਾਲ ਆਹ ਹੋ ਜਾਂਦਾ, ਉਹ ਹੋ ਜਾਂਦਾ, ਇੰਨਾ ਡਰਾਇਆ ਗਿਆ। ਤਾਂ ਉਹ 16 ਕਰੋੜ ਵੈਕਸੀਨ ਫਿਰ ਬੜੇ ਵੱਡੇ ਖਰਚਿਆਂ ਦੇ ਉੱਤੇ ਵੇਚੀ ਗਈ, ਕੀਮਤਾਂ ਮਹਿੰਗੀਆਂ ਕੀਮਤਾਂ 'ਤੇ ਉਹਦੇ ਸਾਰੇ ਘਾਟੇ ਵਾਧੇ ਉਹਨਾਂ ਨੇ ਪੂਰੇ ਕੀਤੇ। ਸਾਡੇ ਦੇਸ਼ 'ਚ ਵੀ ਸਵੈਨ ਫਲੂ ਦਾ ਜਿਹੜਾ ਬਹੁਤ ਵੱਡਾ ਜਿਹੜਾ ਹੈਗਾ ਰੌਲਾ ਪਿਆ, ਅਤੇ ਫਿਰ ਕਹਿੰਦੇ ਵੀ ਇਹ ਵੀ ਤੁਸੀਂ, ਇਹ ਤਾਂ ਆਪਾਂ ਅੱਖਾਂ ਨਾਲ ਦੇਖਿਆ ਆਪਣੇ ਦੇਸ਼ 'ਚ ਕੀ ਹੋਇਆ, ਸਵੈਨ ਫਲੂ ਦਾ ਸਕੂਲ ਕਾਲਜ ਠੱਪ ਕਰ ਅਤੇ ਲੋਕਾਂ ਦੀ ਆਵਾਜਾਈ, ਮਤਲਬ ਬਾਹਰੋਂ ਆਉਣੇ ਬੰਦੇ ਬੰਦ ਹੋ ਗਏ, ਜਿਵੇਂ ਹੂ ਜਿਹੜਾ ਹੁਣ ਕਰੋਨਾ ਵਾਇਰਸ ਦਾ ਜਿਹੜਾ ਹੈਗਾ ਇਸੇ ਤਰ੍ਹਾਂ। ਅਤੇ ਫਿਰ ਉਦੋਂ ਬਾਅਦ ਕੀ ਹੋਇਆ ਵੀ ਸਰਕਾਰ ਨੂੰ ਵੀ ਹੋਸ਼ ਆਈ, ਪਤਾ ਨਹੀਂ ਕਿਵੇਂ ਕੀ ਸੁਰਤ ਬਣੀ। ਉਹ ਕਹਿੰਦੇ ਵੀ ਇਹ ਮਾਮੂਲੀ ਇੱਕ ਜਿਹੜਾ ਹੈਗਾ ਬਿਮਾਰੀ ਹੈਗੀ ਹੈ, ਅਤੇ ਇਹਦਾ ਮਾਮੂਲੀ ਜਿਹਾ ਇਹਤਿਆਤ ਰੱਖੋ, ਇਹ ਤੋਂ ਡਰਨ ਦੀ ਲੋੜ ਨਹੀਂ। ਸਵੈਨ ਫਲੂ ਦੀ ਆਫਤ ਜਿਹੜਾ ਢੰਡੋਰੇ ਪਿੱਛੋਂ ਹੁਣ ਮਤਲਬ ਹਦਾਇਤਾਂ ਹਨ ਵੀ ਜੇ ਛਾਤੀ 'ਚ ਪੀੜ ਹੋਵੇ, ਸਾਹ ਔਖਾ ਹੋਵੇ, ਲਗਾਤਾਰ ਮਤਲਬ ਬੰਦੇ ਨੂੰ ਉਲਟੀਆਂ, ਬੁਖਾਰ ਵੱਧਦਾ ਹੈ, ਜਾਂ ਹਸਪਤਾਲ 'ਚ ਐਮਰਜੈਂਸੀ ਕਮਰੇ 'ਚ ਜਾਣਾ ਚਾਹੀਦਾ, ਮਤਲਬ ਇੰਨਾ ਕੁ ਉਹਨਾਂ ਨੇ ਹੁਣ ਕਿਹਾ। ਅਤੇ ਉਹੀ ਬਿਲਕੁਲ ਕਰੋਨਾ ਵਾਇਰਸ ਵਾਲੀਆਂ ਸਾਰੀਆਂ ਲੱਛਣ ਨੇ, ਜਿਵੇਂ ਛਾਤੀ 'ਚ ਪੀੜ ਹੈ, ਔਖਾ ਸਾਹ ਆਉਂਦਾ, ਲਗਾਤਾਰ ਉਲਟੀਆਂ ਆਉਂਦੀਆਂ ਨੇ, ਬੁਖਾਰ ਵੱਧਦਾ ਜਾਵੇ। ਤਾਂ ਇਹ ਚੀਜ਼ ਜਿਹੜੀ ਹੈਗੀ ਹੁਣ ਤੁਸੀਂ ਐਂ ਦੇਖੋ ਵੀ ਲੱਖਾਂ ਲੋਕਾਂ ਨੂੰ ਛਾਤੀ 'ਚ ਦਰਦ ਹੋਣ ਲੱਗ ਜਾਂਦਾ, ਉਲਟੀਆਂ ਆਉਣ ਲੱਗ ਜਾਂਦੀਆਂ, ਉਹ ਕਹਿੰਦੇ ਐਮਰਜੈਂਸੀ ਕਮਰੇ 'ਚ ਜਾਓ। ਹੁਣ ਕਰੋੜਾਂ ਬੰਦਿਆਂ ਵਾਸਤੇ 130 ਕਰੋੜ ਦੀ ਆਬਾਦੀ, ਅਤੇ ਇੰਨੇ ਲੋਕਾਂ 'ਚੋਂ ਜੇ 30 ਕਰੋੜ ਬੰਦੇ ਨੂੰ ਇਹ ਬਿਮਾਰੀ ਹੁੰਦੀ ਹੈ ਸਵਾਈਨ ਫਲੂ ਦੀ, ਮੰਨੋ ਹੂ ਕਰੋਨਾ ਦਾ ਜਿਹੜਾ ਹੈਗਾ ਤੁਸੀਂ ਦੇਖੋ ਵੀ ਡੁਪਲੀਕੇਟ ਕਾਪੀ ਹੈ, ਸਕੇ ਭਰਾ ਹੀ ਹੈ ਕਰੋਨਾ ਅਤੇ ਸਵਾਈਨ ਫਲੂ। ਤਾਂ ਫਿਰ ਇੰਨੇ ਲੋਕਾਂ ਵਾਸਤੇ ਐਮਰਜੈਂਸੀ ਕਮਰੇ ਕਿੱਥੋਂ ਲਿਆਂਦੇ ਜਾਣਗੇ? 30 ਕਰੋੜ ਕਮਰਾ ਐਮਰਜੈਂਸੀ, ਇਕੱਲੇ ਬੰਦੇ ਨੇ ਰਹਿਣਾ ਹੈ। ਤਾਂ ਅਸਲ ਦੇ ਵਿੱਚ ਇਹ ਬਿਮਾਰੀ ਨਹੀਂ ਸੀ, ਇੰਨੀਆਂ ਨਾ ਹਸਪਤਾਲਾਂ 'ਚ ਇੰਨੀਆਂ ਉਲਟੀਆਂ ਰੁਕ ਸਕਣੀਆਂ, ਨਾ ਇੰਨਾ ਕੁਛ ਨਹੀਂ ਹੋ ਸਕਦਾ। 1976 'ਚ ਜਿਹੜੀਆਂ ਬਚੀਆਂ ਹੋਈਆਂ ਵੈਕਸੀਨਾਂ ਉਹਨਾਂ ਨੂੰ ਲਾਉਣ ਵਾਸਤੇ ਫਿਰ ਸਵੈਨ ਫਲੂ ਫੈਲਾਇਆ ਗਿਆ ਸੀ। ਅਤੇ ਉਹ ਕਹਿੰਦੇ ਨੇ ਇੱਕ ਮੌਤ ਰੋਕਣ ਵਾਸਤੇ ਨਾ, ਸਵੈਨ ਫਲੂ ਤੋਂ ਇੱਕ ਮੌਤ ਰੋਕਣ ਵਾਸਤੇ 2 ਲੱਖ ਬੰਦੇ ਨੂੰ ਟੀਕੇ ਲਾਉਣੇ ਪੈਣਗੇ। ਦੇਖੋ ਅਤੇ ਕਿੰਨੇ ਲੋਕਾਂ 'ਤੇ ਹੋ ਸਕਦਾ ਉਹ ਵੈਕਸੀਨ ਜਿਹੜੀ ਹੈਗੀ ਹੈ ਪੋਲੀਓ ਦੀਆਂ। ਮੈਂ ਪਹਿਲੇ ਤੇ ਜਿਹੜੀ ਟਿੱਪਣੀ ਜਿਹੜੀ ਪੜ੍ਹੀ ਸੀਗੀ, ਪਹਿਲੀ ਟਿੱਪਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਵੀ 1900 ਜਿਹੜਾ ਹੈਗਾ 60 ਵਾਲਾ ਪੋਲੀਓ ਦੀ ਹਿਸਟਰੀ ਪੜ੍ਹੋ ਵੀ ਉਹ ਟੀਕੇ ਲੱਗ ਗਏ ਸੀ। ਫਿਰ ਆਪ ਜਿਹੜਾ ਹੈ ਜੌਨ ਸਾਲਕ ਨੇ ਮੰਨਿਆ ਵੀ ਅਸੀਂ 61 ਤੋਂ ਲੈ ਕੇ ਅਤੇ 77 ਤੱਕ ਜਿਹੜੇ ਟੀਕੇ ਲਾਏ ਉਹਨਾਂ ਨਾਲ ਹੀ ਪੋਲੀਓ ਹੋਇਆ, ਅਤੇ ਉਹਦੇ 'ਚ SV40 ਨਾਂ ਦਾ ਵਾਇਰਸ ਪਾਇਆ ਜਾਂਦਾ ਜਿਹੜਾ ਕੈਂਸਰ ਨੂੰ ਜਨਮ ਦਿੰਦਾ ਹੈ। ਅਤੇ ਬਾਅਦ 'ਚ ਪਤਾ ਲੱਗਿਆ ਸਰਕਾਰ ਨੂੰ, ਅਤੇ ਜਿੰਨੇ ਲੋਕਾਂ ਦੇ ਲੱਗ ਚੁੱਕੇ ਸੀ ਉਹ ਟੀਕੇ, ਅਤੇ ਉਹਨਾਂ ਦੇ ਮਾੜੇ ਅਸਰ। ਉਸੇ ਤਰ੍ਹਾਂ ਅੱਜ ਜਿਹੜੀ ਵੈਕਸੀਨੇਸ਼ਨ ਹੋ ਰਹੀ ਹੈ, ਜਦੋਂ ਲੋਕਾਂ ਦੇ ਲੱਗਦੇ ਨੇ, ਬੁਖਾਰ ਦੀਆਂ ਗੋਲੀਆਂ ਦਿੱਤੀਆਂ ਜਾਂਦੀਆਂ ਨੇ, ਬਹੁਤ ਲੋਕ ਜਿਹੜੇ ਨੇ 2-2 3-3 ਦਿਨ ਤੱਕ ਉਹਨਾਂ ਤੋਂ ਉੱਠਿਆ ਨਹੀਂ ਜਾਂਦਾ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਖਤਰਨਾਕ ਨੇ। ਹੋ ਸਕਦਾ ਵੀ ਮਤਲਬ ਵੈਕਸੀਨ ਦੇ ਨਾਲ ਕਹਿੰਦੇ ਵੀ 2 ਲੱਖ ਲੋਕਾਂ ਪਿੱਛੇ, ਮਤਲਬ ਉਹ ਲਿਖਣ ਵਾਲਾ ਲਿਖਦਾ, ਉਹ ਕਹਿੰਦਾ ਵੀ ਇਹ ਬਚ ਸਕਦਾ ਹੈ, 2 ਲੱਖ 'ਚੋਂ ਇੱਕ ਬੰਦਾ ਬਚ ਸਕਦਾ ਹੈ। ਅਤੇ ਉੱਥੇ ਜੇ 2 ਲੱਖ ਬੰਦੇ ਦੇ ਉੱਤੇ ਉਸ ਵੈਕਸੀਨ ਦਾ ਮਾੜਾ ਅਸਰ ਹੋ ਗਿਆ ਫਿਰ, ਅਤੇ ਉਹ ਕਹਿੰਦੇ ਵੀ ਇਹ ਮਤਲਬ ਇਹ ਚੀਜ਼ ਜਿਹੜੀ ਹੈਗੀ ਹੈ ਇਸ ਤਰ੍ਹਾਂ ਇਹਨੂੰ ਲਓ ਤੁਸੀਂ ਵੀ। ਇਹ ਆਮ ਜਿਹੜੇ ਲੋਕ ਨੇ ਉਹਨਾਂ ਦੀ ਸਿਹਤ ਬਾਰੇ ਕੋਈ ਖਿਆਲ ਨਹੀਂ ਹੈਗਾ, ਇਹ ਆਪਣੇ ਹਿਸਾਬ ਨਾਲ ਹੀ ਚੱਲਦੇ ਨੇ। ਉਸੇ ਤਰ੍ਹਾਂ ਜਿਹੜਾ ਹੈਗਾ ਕਰੋਨਾ ਦੀ ਵੈਕਸੀਨ ਹੈ, ਸਵੈਨ ਫਲੂ ਵਾਂਗੂ ਹੂ ਉਸੇ ਤਰ੍ਹਾਂ ਦਾ ਇਹਦਾ ਪ੍ਰਭਾਵ ਹੈ। ਤਾਂ ਜਿਹੜੀ ਵੈਕਸੀਨ ਦੇ, ਮੈਂ ਕੇਵਲ ਇਸ ਕਰਕੇ ਇਹ ਗੱਲ ਕਹੀ ਹੈ ਵੀ ਵੈਕਸੀਨ ਦੇ ਆਉਣ ਤੋਂ ਬਾਅਦ ਕਿੰਨੀਆਂ ਐਸੀਆਂ ਉਦਾਹਰਨਾਂ, ਕਿੰਨੀਆਂ ਬਿਮਾਰੀਆਂ ਜਿਹੜੀਆਂ ਵਧੀਆਂ ਨੇ। ਉਸੇ ਤਰ੍ਹਾਂ ਕਰੋਨਾ ਦੀ ਵੈਕਸੀਨ ਦੇ ਆਮਦ ਤੋਂ ਬਾਅਦ ਹੋ ਸਕਦਾ ਹੈ ਬਹੁਤ ਅਰਬਾਂ ਦੀ, ਕਰੋੜਾਂ ਦੀ ਗਿਣਤੀ 'ਚ ਵੈਕਸੀਨ ਤਿਆਰ ਹੋ ਗਈ ਹੋਵੇ। ਹੁਣ ਉਹਨੂੰ ਜਿਹੜਾ ਲਾਉਣ ਵਾਸਤੇ ਕੰਪਨੀਆਂ, ਕਿਉਂਕਿ ਕੋਆਪਰੇਟਿਵ ਸਨਅਤੀ ਘਰਾਣਿਆਂ ਦੇ ਪਿੱਠੂ ਨੇ ਹੱਥ ਠੋਕੇ ਨੇ ਸਾਡੇ ਸਰਕਾਰੀ ਲੋਕ, ਤਾਂ ਇਹ ਚੀਜ਼ ਜਿਹੜੀ ਹੈਗੀ ਉਹ ਹੋ ਸਕਦਾ ਹੈ ਇਸੇ ਅਸਰ ਅਧੀਨ ਹੋਵੇ, ਜਾਂ ਕਰੋਨਾ ਦਾ ਹੋਊਗਾ ਵੀ ਇਸੇ ਅਸਰ ਅਧੀਨ ਹੋਵੇ। ਤਾਂ ਅਗਲਾ ਸਮਾਂ ਪਾ ਕੇ, ਸਮਾਂ ਕੀ ਕਹਿੰਦਾ ਹੈ, ਸਮੇਂ ਦੇ ਮੁਤਾਬਕ ਕੀ ਗੱਲਾਂ ਬਣਦੀਆਂ ਨੇ, ਤਾਂ ਸਮਾਂ ਦੱਸੇਗਾ।
ਸੋ ਮੈਂ ਇੰਨੀ ਕੁ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਸੀ। ਬੋਲਦਿਆਂ ਤੋਂ ਬਹੁਤ ਗਲਤੀਆਂ ਅਕਸਰ ਹੋ ਜਾਂਦੀਆਂ, ਸਾਰੀਆਂ ਭੁੱਲਾਂ ਬਖਸ਼ ਦੇਣੀਆਂ। ਫਤਿਹ ਦੀ ਸਾਂਝ ਆਪਾਂ ਸਾਰੇ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।